ਵਾਹਿਗੁਰੂ ਸਾਹਿਬ ਜੀ। ਬਿਸਨ ਪਾਦ ਸ਼ਾਂਤ ਰਾਮਾ, ਕੋਟ ਇੰਦਰ ਫਨਿੰਦਰ ਕੋਟਿਕ, ਬ੍ਰਹਮ ਰੁਦਰ ਮਹਾਨ ਹੈ। ਕੋਟ ਕਮਲਾ ਪਗ ਪਲੋਟਤ, ਮਨਿੰਦਰ ਕੋਟ ਪ੍ਰਧਾਨ ਹੈ। ਕੋਟ ਇੰਦਰ ਫਨਿੰਦਰ ਕੋਟਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਦੇ ਨਾਲ ਸ਼੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਮੰਗਲਾਚਰਨ ਜੀ ਦੀ ਕਥਾ ਚੱਲ ਰਹੀ ਹੈ। ਸਤਿਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਹੈ। ਜੋ ਦੇਵਵਾਣੀ ਬੀਰਜਨਾਥ ਦੇ ਤਾਈਂ ਸਿੱਖਿਆ ਦੇ ਰਹੀ ਹੈ, ਉਹ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ। ਅੱਜ ਵੀ ਉਸੇ ਲੜੀ ਦੇ ਤਹਿਤ ਦੇਵਬਾਣੀ ਬੀਰਜਨਾਥ ਨੂੰ ਸਿੱਖਿਆ ਦੇਵੇਗੀ। ਆਓ ਪਿਆਰ ਦੇ ਨਾਲ ਸਰਵਣ ਕਰੀਏ। ਬਿਸਨ ਪਾਦ ਸ਼ਾਂਤ ਰਾਮਾ, ਕੋਟ ਇੰਦਰ ਫਨਿੰਦਰ ਕੋਟਿਕ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਕਿ ਦੇਵਵਾਣੀ ਨੇ ਬੀਰਜਨਾਥ ਨੂੰ ਸਿੱਖਿਆ ਦਿੱਤੀ। ਕਰੋੜਾਂ ਹੀ ਇੰਦਰ ਤੇ ਕਰੋੜਾਂ ਹੀ ਸ਼ੀਸ਼ ਨਾਗ, ਬ੍ਰਹਮ ਰੁਦਰ ਮਹਾਨ ਹੈ। ਹਾਂ, ਬੀਰਜਨਾਥ ਕਰੋੜਾਂ ਹੀ ਬ੍ਰਹਮੇ ਤੇ ਕਰੋੜਾਂ ਹੀ ਵੱਡੇ ਵੱਡੇ ਸ਼ਿਵ, ਵੱਡੇ ਵੱਡੇ ਗਣਾਂ ਦੀ ਸੈਨਾ ਦੀ ਮਾਲਕ। ਕੋਟ ਕਮਲਾ ਪਾਗ ਪਲੋਟਤ। ਹਾਂ, ਐਸੇ ਦੇਵੀ ਦੇਵਤੇ ਜਿਹਦੇ ਨਾਲ ਤੂੰ ਜੰਗ ਕਰਦਾ ਪਿਆ ਏ, ਜਿਹਦੇ ਅੱਗੇ ਤੂੰ ਆਕੜਦਾ ਪਿਆ ਏ, ਉਹਦੇ ਅੱਗੇ ਹੱਥ ਜੋੜ ਕੇ ਖਲੋਤੇ ਨੇ। ਕਰੋੜਾਂ ਹੀ ਲక్ష్ਮੀਆਂ ਉਸ ਦੇ ਪੱਗ ਪੈਰਾਂ ਨੂੰ, ਉਸ ਦੀਆਂ ਪੈਰਾਂ ਦੀਆਂ ਤਲੀਆਂ ਨੂੰ ਪਲੋਟਤ ਝੱਸਦੀਆਂ ਪਈਆਂ ਨੇ, ਜਿਹਦੇ ਨਾਲ ਬੀਰਜਨਾਥ ਤੂੰ ਆਕੜਦਾ ਪਿਆ ਏ। ਮਨਿੰਦਰ ਕੋਟ ਪ੍ਰਧਾਨ ਹੈ। ਹਾਂ, ਮੁਨੀਆਂ ਦੇ ਵੱਡੇ ਵੱਡੇ ਜਿਹੜੇ ਮਾਲਕ ਤੇ ਕਰੋੜਾਂ ਹੀ ਪ੍ਰਧਾਨ ਦੇਵਤੇ ਨੇ, ਇਹ ਸਾਰੇ ਹੀ ਉਹ ਸਰਬਲੋ ਭਗਵਾਨ ਦਾ ਪਾਣੀ ਭਰਦੇ ਨੇ। ਕੋਟ ਸਰਸਵਤੀ ਕੋਟ ਗੌਰੀ। ਹਾਂ, ਕੋਟ ਸਰਸਵਤੀ, ਕਰੋੜਾਂ ਹੀ ਸਰਸਵਤੀਆਂ ਤੇ ਕਰੋੜਾਂ ਹੀ ਗੌਰੀ ਪਾਰਵਤੀਆਂ ਉਸ ਭਗਵਾਨ ਦੇ ਅੱਗੇ ਹੱਥ ਜੋੜ ਕੇ ਖਲੋਤੀਆਂ ਨੇ। ਕੋਟ ਮੰਗਲ ਦੇਵਿਆ ਹੈ। ਹਾਂ, ਮੰਗਲ ਮੈਨੇ ਦੁਰਗਾ ਤੇ ਦੇਵਿਆ ਮੈਨੇ ਦੇਵੀ। ਕਰੋੜਾਂ ਹੀ ਦੁਰਗਾ ਦੇਵੀਆਂ ਉਸ ਭਗਵਾਨ ਦੇ ਚਰਨਾਂ ਦੇ ਵਿੱਚ ਖਲੋਤੀਆਂ ਨੇ। ਹਰ ਦੁਆਰ ਕੇਸਨ ਸੰਗ ਬੁਹਾਰਤ। ਮਹਾਰਾਜ ਕਲਗੀਧਰ ਜੀ ਕਹਿੰਦੇ, ਆਕਾਸ਼ਵਾਣੀ ਨੇ ਬੀਰਜਨਾਥ ਨੂੰ ਕਿਹਾ, ਕਰੋੜਾਂ ਹੀ ਸੁਰਸਤੀਆਂ, ਕਰੋੜਾਂ ਹੀ ਪਾਰਵਤੀਆਂ ਤੇ ਕਰੋੜਾਂ ਹੀ ਆਦਿ ਸ਼ਕਤੀਆਂ ਉਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਰਬਲੋ ਭਗਵਾਨ ਦੇ ਦੁਆਰੇ ਦੇ ਕੇਸਾਂ ਦੇ ਨਾਲ ਬਹੁਕਰ ਫੇਰਦੀਆਂ ਪਈਆਂ ਨੇ। ਨਹਿ ਤਦਿਪ ਪਾਵਤ ਸੇਵਿਆ ਹੈ। ਹਾਂ, ਤਾਂ ਵੀ ਉਹ ਭਗਵਾਨ ਦੀ ਸੇਵਾ ਦਾ ਅੰਤ ਨਹੀਂ ਪਾ ਸਕਦੀਆਂ। ਇੰਨੀ ਸੇਵਾ ਕਰਦੀਆਂ ਨੇ। ਭਗਵਾਨ ਦੇ ਦਰਵਾਜ਼ੇ ਦੇ ਅੱਗੇ ਕੇਸਾਂ ਦੇ ਨਾਲ ਬਹੁਕਰ ਦਿੰਦੀਆਂ ਨੇ। ਕੇਸ ਖੁੱਲੇ ਛੱਡ ਕੇ ਤੇ ਖੁੱਲੇ ਕੇਸਾਂ ਦੇ ਨਾਲ ਭਗਵਾਨ ਦਾ ਦਰਵਾਜ਼ਾ ਸਾਫ਼ ਕਰਦੀਆਂ ਨੇ। ਤੇ ਤਾਂ ਵੀ ਇੰਨੀਆਂ ਸੇਵਕ ਬਣ ਕੇ, ਇੰਨੀ ਸੇਵਾ ਕਰਕੇ ਤੇ ਭਗਵਾਨ ਦਾ ਅੰਤ ਨਹੀਂ ਉਹ ਪਾ ਸਕੀਆਂ। ਏਡਾ ਵੱਡਾ ਉਹ ਭਗਵਾਨ ਹੈ ਜਿਸ ਦੇ ਨਾਲ ਤੂੰ ਆਕੜਦਾ ਪਿਆ ਏ, ਜਿਹਦੇ ਨਾਲ ਤੂੰ ਬਾਹਾਂ ਖਿਲਾਰ ਖਿਲਾਰ ਕੇ, ਛਾਤੀ ਤਾਣ ਤਾਣ ਕੇ, ਜਿਹਨੂੰ ਕੌੜੇ ਬੋਲ ਬੋਲਦਾ ਪਿਆ ਹੈ। ਸੇਵਿਆ ਕਹੀਏ ਸੇਵਨੇ ਜੋਗ ਜੋ ਭਗਵਾਨ ਹੈ, ਉਸ ਦਾ ਅੰਤ ਨਹੀਂ ਪਾ ਸਕੀਆਂ। ਸਾਨੀ ਇੱਕ ਬੇਮੁਖ ਦਿਖਿਅਤ ਤੋਹੇ ਕਾ। ਹਾਂ, ਦੇਵਵਾਣੀ ਕਹਿੰਦੀ ਹੈ ਕਿ ਦੂਜੇ ਸਾਰੇ ਦੇਵੀ ਦੇਵਤੇ ਜਿੰਨੇ ਵੀ ਨਰ ਨੇ, ਨਰਪਤ ਨੇ, ਸਾਰੇ ਸਰਬਲੋ ਭਗਵਾਨ ਦੀ ਸੇਵਾ ਵਿੱਚ ਲੱਗੇ ਮੈਂ ਦੇਖੇ ਨੇ। ਬਸ ਇੱਕ ਤੂੰ ਹੀ ਬੇਮੁਖ ਵੇਖਿਆ, ਇੱਕ ਤੈਨੂੰ ਹੀ ਬੇਮੁਖ ਵੇਖਿਆ ਭਗਵਾਨ ਤੂੰ ਹੋਇਆ।
ਤੂੰ ਹੀ ਇੱਕ ਭਗਵਾਨ ਤੋਂ ਬੇਮੁਖ ਹੋ ਕੇ ਭਗਵਾਨ ਦੇ ਨਾਲ ਜੰਗ ਕਰਦਾ ਪਿਆ ਏ। ਦਿਖੀਅਤ ਦਾ ਜਈਆ ਪੂਰਾ ਏ। ਕਟ ਬੈਨ ਬੋਲਤ ਗਰਭ ਜੁਤ, ਕੌੜੇ ਬੋਲ ਬੋਲਦਾ ਪਿਆ ਏ ਹੰਕਾਰ ਦੇ ਸਮੇਤ ਹੋ ਕਰਕੇ। ਕਹਿਤ ਹਰ ਕਹ ਬੇਗ ਜਾਵਹੁ, ਹਾਂ ਤੇਰੀ ਔਕਾਤ ਕੀ ਹੈ? ਤੂੰ ਆਪਣੀ ਔਕਾਤ ਨੂੰ ਸਮਝ। ਤੂੰ ਕਿੱਡਾ ਢੀਠਦਾਈ ਕਰਕੇ ਭਗਵਾਨ ਨੂੰ ਕਹਿਣਾ ਹੈ ਕਿ ਤੁਸੀਂ ਜੰਗ ਦੇ ਮੈਦਾਨ ਨੂੰ ਛੱਡ ਕੇ ਛੇਤੀ ਦੇ ਨਾਲ ਚਲੇ ਜਾਵੋ। ਤੁਰ ਨਾਰ ਲక్ష్ਮੀ ਰੋਵਤ ਪੁੱਤ, ਹਾਂ ਤੂੰ ਮਖੌਲ ਕਰਦਾ ਏ ਤੇ ਤੇਰੀ ਘਰਵਾਲੀ ਲక్ష్ਮੀ ਤੇ ਤੇਰੇ ਪੁੱਤ ਤੈਨੂੰ ਉਡੀਕਦੇ ਹੋਣਗੇ। ਉਹ ਰੋਂਦੇ ਹੋਣਗੇ ਵੀ ਸਾਡਾ ਬਾਪ ਵੀਰਯਨਾਥ ਦੇ ਨਾਲ ਲੜਨ ਕਿਉਂ ਚਲਿਆ ਗਿਆ ਏ। ਕਿਉਂਕਿ ਤੇਰੀ ਘਰਵਾਲੀ ਤੇ ਤੇਰੇ ਪੁੱਤਾਂ ਨੂੰ ਪਤਾ ਹੋਵੇਗਾ ਕਿ ਜਿਹੜਾ ਵੀਰਜਨਾਥ ਦੇ ਨਾਲ ਲੜਨ ਵਾਸਤੇ ਗਿਆ ਉਹ ਮੁੜ ਕੇ ਨਹੀਂ ਵਾਪਸ ਆਇਆ। ਜਾਂ ਘਰ ਨੂੰ ਚਲਿਆ ਜਾ, ਤੇਰੀ ਘਰਵਾਲੀ ਤੇ ਤੇਰੇ ਪੁੱਤ ਰੋਂਦੇ ਹੋਣਗੇ। ਤੂੰ ਆਪਣੀ ਔਕਾਤ ਨੂੰ ਸਮਝ। ਮੂੰਹ ਟੱਡ ਕਰਕੇ ਭਗਵਾਨ ਨੂੰ ਇਹੋ ਜੀਆਂ ਗੱਲਾਂ ਤੂੰ ਕਰਦਾ ਪਿਆ ਏ। ਹੁਣ ਕਹਿਤ ਸ਼ਾਸਤਰਨ ਡਾਰਦੈ, ਫਿਰ ਤੂੰ ਵੀਰਯਨਾਥ, ਤੂੰ ਗੰਦਗੀ ਦਾ ਬੀਜ ਹੈ ਤੇ ਤੂੰ ਭਗਵਾਨ ਨੂੰ ਕਹਿਣਾ ਪਿਆ ਏ ਵੀ ਸ਼ਸਤਰ ਸੁੱਟ ਦੇ ਜੰਗ ਦੇ ਮੈਦਾਨ ਦੇ ਵਿੱਚ। ਗਹਿ ਦੰਤ ਤ੍ਰਿਨਨ ਜਾਹੋ ਘਰ, ਹਾਂ ਆਪਣੇ ਦੰਦਾਂ ਦੇ ਨਾਲ ਘਾਹ ਨੂੰ ਫੜ ਕੇ ਤੇ ਮਾਫੀ ਮੰਗ ਮੇਰੇ ਤੋਂ ਤੇ ਆਪਣੇ ਘਰ ਨੂੰ ਭੱਜ ਜਾ, ਮੈਂ ਤੇਰੀ ਜਾਨ ਬਖਸ਼ ਦਿੰਨਾ ਏ। ਦੇਵਾਨੀ ਕਹਿੰਦੀ ਆ ਵੀਰਯਨਾਥ ਨੂੰ, ਤੂੰ ਕੌਣ ਹੁੰਨਾ ਏ ਸਰਬਲੋ ਭਗਵਾਨ ਦੀ ਜਾਨ ਨੂੰ ਬਖਸ਼ਣ ਵਾਲਾ। ਜਰ ਜਾਏ ਜੀਹ ਕਟ ਬਾਕ ਬੋਲਤ, ਹਾਂ ਦੇਵਵਾਣੀ ਕਹਿੰਦੀ ਤੇਰੀ ਜ਼ੁਬਾਨ ਸੜ ਜਾਵੇ। ਤੂੰ ਕੌੜੇ ਬੋਲ ਬੋਲਦਾ ਏ ਭਗਵਾਨ ਦੇ ਤਾਈਂ ਤੇਰੀ ਜ਼ੁਬਾਨ ਹੀ ਸੜ ਜਾਵੇ। ਆਸ ਬਾਕ ਬੋਲਤ ਹੋ ਨਿਡਰ, ਜੋ ਐਸੇ ਬੋਲ ਬੋਲਦਾ ਏ ਤੂੰ ਬੇਖੌਫ ਹੋ ਕਰਕੇ ਨਿਡਰ ਹੋ ਕਰਕੇ। ਬਿਸ਼ਨ ਪਾਦ ਸ਼ਾਂਤ ਰਾਮਾ ਆਰ ਕਹਿਤ ਸਖਾ ਅਨਾਥ ਹੋਈ ਹੈ। ਹਾਂ ਦੇਵ ਬਾਣੀ ਕਹਿੰਦੀ ਹੈ ਆਕਾਸ਼ਵਾਣੀ, ਬਿਰਜਨਾਥ ਤੂੰ ਕਿੱਡਾ ਢੀਠ ਹੈ। ਤੂੰ ਸਰਬਲੋ ਭਗਵਾਨ ਨੂੰ ਕਹਿਣਾ ਏ ਕਿ ਤੇਰੇ ਜਿਹੜੇ ਸੰਬੰਧੀ ਨੇ ਉਹ ਅਨਾਥ ਹੋ ਜਾਣਗੇ ਜੇ ਤੂੰ ਜੰਗ ਦੇ ਮੈਦਾਨ ਵਿੱਚ ਮੇਰੇ ਸਾਹਮਣੇ ਅੜਿਆ ਤੇ ਮੈਂ ਤੈਨੂੰ ਮਾਰ ਦੇਵਾਂਗਾ ਤੇ ਤੇਰੇ ਸਖੇ ਸੰਬੰਧੀ ਜਿਹੜੇ ਨੇ ਤੈਨੂੰ ਮੰਨਣ ਵਾਲੇ ਤੇਰੇ ਪੂਜਕ ਨੇ ਉਹ ਸਨਾਥ ਨੇ ਤੇ ਫਿਰ ਉਹ ਅਨਾਥ ਹੋ ਜਾਣਗੇ ਜਦੋਂ ਤੂੰ ਮਰ ਗਿਆ ਮੇਰੇ ਹੱਥੋਂ ਜੰਗ ਦੇ ਮੈਦਾਨ ਵਿੱਚ। ਜਿਨ ਠਾਨ ਸਨਮੁਖ ਸਮਰ ਸਮ, ਇਸ ਲਈ ਤੂੰ ਕਹਿਣਾ ਭਗਵਾਨ ਨੂੰ ਲਲਕਾਰੇ ਮਾਰ ਕੇ ਇਹ ਸਰਬਲੋ ਮੇਰੇ ਸਮ ਕਹੀਏ ਬਰਾਬਰ ਸਾਹਮਣੇ ਜੰਗ ਦੇ ਮੈਦਾਨ ਵਿੱਚ ਜਿਨ ਮੈਨੇ ਮਤਾਂ ਸਮਰ ਜੰਗ ਦਾ ਮੈਦਾਨ ਤੂੰ ਠਾਣ ਕਰਨਾ ਕਰ। ਤੂੰ ਭਗਵਾਨ ਨੂੰ ਕਹਿਣਾ ਏ ਵੀ ਮੇਰੇ ਸਾਹਮਣੇ ਜੰਗ ਨਾ ਕਰ, ਮੇਰੇ ਬਰਾਬਰ ਤੇ ਖਲੋ ਕੇ ਛੱਡ ਕੇ ਜੰਗ ਦਾ ਮੈਦਾਨ ਭੱਜ ਜਾ। ਨਹੀਂ ਜੇ ਤੂੰ ਲੜਿਆ ਤੇ ਜਿਹੜੇ ਤੇਰੇ ਸਖੇ ਸੰਬੰਧੀ ਨੇ ਤੇਰੇ ਸੇਵਕ ਨੇ ਉਹ ਸਾਰੇ ਅਨਾਥ ਹੋ ਜਾਣਗੇ। ਅਗਿਆਨ ਮੂੜ ਹੋ ਕਾਲ ਬਸ, ਅਗਿਆਨੀਆਂ ਮੂੜ ਮੂਰਖਾਂ ਤੂੰ ਕਾਲ ਦੇ ਬਸ ਹੋ ਕਰਕੇ ਬੋਲਦਾ ਪਿਆ ਏ। ਤੇਰੇ ਸਿਰ ਦੇ ਉੱਪਰ ਮੌਤ ਮੰਡਰਾਉਂਦੀ ਪਈ ਹੈ ਜੋ ਤੇਰੇ ਮੁਖੋਂ ਇਹੋ ਜਿਹੇ ਬੋਲ ਕਢਾਉਂਦੀ ਪਈ ਹੈ। ਦ੍ਰਿਗ ਆਂਦ ਬਾਸੀ ਧਾਮ ਜਮ, ਹਾਂ ਮਨ ਬੁੱਧ ਦੇ ਜਿਹੜੇ ਤੇਰੇ ਦ੍ਰਿਗ ਨੇਤਰ ਨੇ ਆ ਉਹ ਅਗਿਆਨਤਾ ਦੇ ਅੰਧੇਰੇ ਕਰਕੇ ਅੰਨੇ ਹੋ ਚੁੱਕੇ ਨੇ ਤੇ ਹੁਣ ਤੂੰ ਜਮਾਂ ਦੇ ਧਾਮ ਘਰ ਦੇ ਵਿੱਚ ਜਾ ਕਰਕੇ ਬਾਸੀ ਬਸੇਗਾ। ਵਿਪਰੀਤ ਬੁੱਧ ਵਿਨਾਸ਼ ਬਸ, ਹਾਂ ਤੇਰੀ ਵਿਪਰੀਤ ਉਲਟੀ ਬੁੱਧੀ ਹੋ ਗਈ ਹੈ ਤੇ ਹੁਣ ਤੂੰ ਵਿਨਾਸ਼ ਖਤਮ ਹੋ ਜਾਵੇਂਗਾ ਕਿਉਂਕਿ ਤੇਰੀ ਜਿਹੜੀ ਅਕਲ ਹੈ ਉਹ ਉਲਟੀ ਹੋ ਗਈ ਹੈ। ਤੂੰ ਵਿਪਰੀਤ ਬੁੱਧੀ ਦੇ ਬਸ ਹੋ ਗਿਆ ਏ, ਹੁਣ ਤੇਰਾ ਵਿਨਾਸ਼ ਖਾਤਮਾ ਹੋ ਜਾਵੇਗਾ। ਮਤ ਭਈ ਬੌਰੀ ਤੋਰ ਖਲ, ਮੂਰਖਾ ਤੇਰੀ ਜਿਹੜੀ ਮਤ ਹੈ ਉਹ ਬੌਰੀ ਹੋ ਗਈ ਹੈ। ਤੂੰ ਬੌਰਾ ਹੋ ਗਿਆ ਏ ਤੇ ਹੁਣ ਤੂੰ ਜ਼ਰੂਰ ਜਮਾਂ ਦੇ ਘਰ ਨੂੰ ਜਾਵੇਂਗਾ। ਬਰ ਰਾਤ ਬਿਆਦ ਅਸਾਦ ਉਪਜਤ, ਹਾਂ ਤੂੰ ਏਦਾਂ ਬਰਣਾਉਂਦਾ ਪਿਆ ਏ ਜਿੱਦਾਂ ਕਿਸੇ ਨੂੰ ਨਾ ਇਲਾਜ
ਵਿਆਧ ਬਿਮਾਰੀ ਪੈਦਾ ਹੋ ਜਾਵੇ ਤੇ ਲਾ ਇਲਾਜ ਬਿਮਾਰੀ ਹੋਣ ਤੇ ਜਿੱਦਾਂ ਕੋਈ ਜੀਵ ਬਰੜਾਉਂਦਾ ਏ ਨਾ, ਇਦਾਂ ਹੀ ਤੈਨੂੰ ਹੰਕਾਰ ਦੀ ਲਾ ਇਲਾਜ ਬਿਮਾਰੀ ਹੋ ਗਈ ਹੈ। ਇਸ ਵਾਸਤੇ ਤੂੰ ਬਰੜਾਉਂਦਾ ਪਿਆ ਏ। ਤੋ ਮਰਨ ਅਵਸਰ ਨਿਮਕ ਪਲ। ਹਾਂ, ਤੂੰ ਇਹ ਨਾ ਸਮਝ ਕਿ ਮੈਂ ਭਗਵਾਨ ਨੂੰ ਲਲਕਾਰੇ ਮਾਰਦਾ ਪਿਆ ਏ। ਤੂੰ ਲਲਕਾਰੇ ਨਹੀਂ ਮਾਰਦਾ ਪਿਆ, ਤੈਨੂੰ ਹੰਕਾਰ ਦੀ ਬਿਮਾਰੀ ਹੋ ਗਈ ਹੈ, ਅਸਾਧ ਲਾ ਇਲਾਜ, ਤੇ ਉਹਦੇ ਨਾਲ ਤੂੰ ਬਰੜਾਉਣਾ ਪਿਆ ਏ। ਹੁਣ ਤੇਰਾ ਮਰਨ ਦਾ ਜਿਹੜਾ ਅਵਸਰ ਮੌਕਾ ਹੈ ਨਾ, ਉਹ ਘੜੀ ਪਲ ਦਾ ਹੀ ਹੈ, ਨਿਮਕ ਪਲ ਦਾ ਹੀ ਹੈ। ਇੱਕ ਨਿਮਕ ਘੜੀ ਪਲ ਵਿੱਚ ਤੂੰ ਮਰ ਜਾਵੇਂਗਾ। ਸਾਨੀ ਯਾਰ ਭਸਮ ਕਸ ਨਹਿ ਭਇਓ ਤੈ। ਹਾਂ, ਆਕਾਸ਼ਵਾਣੀ ਕਹਿੰਦੀ ਮੂਰਖਾ, ਤੂੰ ਸੜ ਕੇ ਭਸਮ ਕਿਉਂ ਨਾ ਹੋ ਗਿਆ? ਇਹੋ ਜਿਹੇ ਬੋਲ ਬੋਲਣ ਤੋਂ ਪਹਿਲਾਂ ਤੂੰ ਸਾੜੀ ਜਾਨੋ ਤੇ ਸੜ ਕੇ ਤੂੰ ਭਸਮ ਹੀ ਹੋ ਜਾਨੋ। ਭਗਵਾਨ ਨੂੰ ਇਹੋ ਜਿਹੇ ਕਬੋਲ ਬੋਲ ਕੇ ਆਪਣੇ ਸਿਰ ਤੇ ਪਾਪ ਨਾ ਚੜਾਉਣੋ। ਕਿੰਨੇ ਪਾਪ ਤੇਰੇ ਸਿਰ ਦੇ ਉੱਪਰ ਚੜ ਗਏ ਨੇ। ਜਰ ਜਾਹੋ ਤਨ ਮਨ ਤੋਰ 60। ਹਾਂ, ਆਕਾਸ਼ਵਾਣੀ ਕਹਿੰਦੀ ਮੈਂ ਤੇ ਹੁਣ ਵੀ ਕਹਿੰਦੀ ਹੈ ਕਿ ਤੇਰਾ ਤਨ ਵੀ ਸੜ ਜਵੇ ਤੇ ਤੇਰਾ ਮਨ ਵੀ ਸੜ ਜਾਵੇ। ਤਨ ਮਨ ਕਰਕੇ ਤੂੰ ਸੜਿਆ ਹੀ ਰਵੇਂ, ਅੱਗ ਦੇ ਭੱਠੇ ਦੇ ਵਿੱਚ ਤੂੰ ਭੁੱਜਦਾ ਹੀ ਰਵੇਂ। ਹੇ ਮੂਰਖਾ, ਪ੍ਰਭ ਚਰਨ ਉਪਰ ਵਾਰ ਡਾਰ। ਆਕਾਸ਼ਵਾਣੀ ਕਹਿੰਦੀ ਤੂੰ ਗੱਲਾਂ ਕਾਹਦੀਆਂ ਕਰਦਾ ਏ? ਭਗਵਾਨ ਦੇ ਨਾਲ ਲੜਨ ਦੀਆਂ ਗੱਲਾਂ ਕਰਦਾ ਏ। ਜੇ ਪ੍ਰਭੂ ਦੀ ਆਗਿਆ ਹੋਵੇ ਨਾ ਤੇ ਮੈਂ ਤੇਰੇ ਵਰਗੇ ਕਰੋੜਾਂ ਨੂੰ ਪ੍ਰਭੂ ਦੇ ਚਰਨਾਂ ਕਮਲਾਂ ਤੋਂ ਮਾਰ ਕੇ ਕੁਰਬਾਨ ਕਰ ਦੇਵਾਂ, ਕੁਰਬਾਨ ਕਰਕੇ ਸੁੱਟ ਦੇਵਾਂ। ਤੋਹੇ ਜੁਤ ਦਲ ਕੋਟ ਭਟ। ਹਾਂ, ਜਿਹੜੇ ਤੂੰ ਕਰੋੜਾਂ ਸੂਰਮੇ ਲਈ ਫਿਰਦਾ ਸੈਂ, ਤੇਰੇ ਸਮੇਤ ਉਹ ਜੇ ਤੇਰੇ ਸੂਰਮਿਆਂ ਨੂੰ ਘੋੜਿਆਂ ਟੱਟੂਆਂ ਦੇ ਸਮੇਤ ਮਾਰ ਕੇ ਭਗਵਾਨ ਦੇ ਚਰਨਾਂ ਤੋਂ ਵਾਰ ਸੁੱਟਾਂ, ਜੇ ਭਗਵਾਨ ਮੈਨੂੰ ਹੀ ਆਗਿਆ ਕਰ ਦੇਵੇ। ਅਸੰਖ ਕੀਟ ਮਦ ਕੀਟ ਸੇ। ਹਾਂ, ਤੇਰੇ ਵਰਗੇ ਬੇਅੰਤ ਹੀ ਕੀੜੇ ਮਦ ਕੇਟਬ ਵਰਗੇ ਜਿਹੜੇ ਭਗਵਾਨ ਦੇ ਅੱਗੇ ਅੜੇ, ਭਗਵਾਨ ਨੇ ਉਹਨਾਂ ਦਾ ਖਾਤਮਾ ਕਰ ਦੇਣਾ ਕੀਤਾ। ਨਿਰੇ ਦਲੇ ਮੁਸ਼ਟ ਪ੍ਰਹਾਰ ਕਰ। ਹਾਂ, ਨਿਰੇ ਵਿਸ਼ੇਸ਼ ਕਰਕੇ ਦਲੇ ਨਾਸ਼ ਕਰ ਦਿੱਤੇ ਇੱਕ ਮੁੱਕੀ ਦੇ ਪ੍ਰਹਾਰ ਦੇ ਨਾਲ ਹੀ। ਇੱਕ ਮੁੱਕੀ ਹੀ ਮਾਰੀ, ਇਹ ਇੱਕ ਮੁੱਕੀ ਦਾ ਪ੍ਰਹਾਰ ਵਾਰ ਵੀ ਉਹਨਾਂ ਦੇ ਕੋਲੋਂ ਝੱਲਿਆ ਨਹੀਂ ਗਿਆ। ਤੇਰੇ ਵਰਗੇ ਜਿਹੜੇ ਵੱਡੇ ਬੇਅੰਤੀ ਮੂਰਖ ਦੈਂਤ ਹੋਏ ਨੇ, ਜਿਹੜੇ ਭਗਵਾਨ ਦੇ ਅੱਗੇ ਅੜੇ ਨੇ, ਇੱਕ ਮੁੱਕੀ ਦੇ ਨਾਲ ਹੀ ਭਗਵਾਨ ਨੇ ਉਹਨਾਂ ਦਾ ਖਾਤਮਾ ਕਰ ਦਿੱਤਾ। ਪ੍ਰਭ ਦੇਹ ਆਗਿਆ ਅਕਾਲ ਹੀ। ਹਾਂ, ਜੇ ਪ੍ਰਭੂ ਮੈਨੂੰ ਕੱਲ ਹੀ ਆਗਿਆ ਦੇ ਨਾ ਇਹਨੂੰ ਖਤਮ ਕਰ ਦੇ, ਜਾਂ ਪ੍ਰਭ ਦੇ ਆਗਿਆ ਕਾਲ ਹੀ, ਆਗਿਆ ਕਾਲ ਇਕੱਠਾ ਕਰਕੇ ਵਿੱਚੋਂ ਐੜਾ ਕੱਢ ਲੈਣਾ ਹੈ। ਜੇ ਅਕਾਲ ਪੁਰਖ ਪ੍ਰਭੂ ਜੀ ਮੈਨੂੰ ਆਗਿਆ ਦੇ ਦੇਣ ਹੀ ਨਿਸ਼ਚੇ ਕਰਕੇ। ਲਗ ਕੀਟ ਕਰ ਡਰ ਮੀਚ ਆੜ। ਹਾਂ, ਜਿਹੜਾ ਤੂੰ ਵੱਡਾ ਸਰੀਰ ਬਣਾ ਕੇ ਆਕੜਦਾ ਹੈ ਨਾ ਭਗਵਾਨ ਦੇ ਅੱਗੇ, ਮੈਂ ਤੈਨੂੰ ਛੋਟੇ ਜਿਹੇ ਕੀੜੇ ਜਿੰਨਾ ਕਰ ਦਿਆਂ, ਦੇਵਵਾਣੀ ਕਹਿੰਦੀ ਹੈ, ਤੇ ਤੈਨੂੰ ਮੈਂ ਨਾ ਮੌਤ ਦੇ ਡਰ ਦੇ ਵਿੱਚ ਪਾ ਦੇਵਾਂ, ਅੜ ਮੈਨੇ ਪਾ ਦੇਵਾਂ। ਜਿਹੜੀ ਮੌਤ ਤੋਂ ਤੂੰ ਡਰਦਾ ਨਹੀਂ, ਉਹ ਮੌਤ ਦੇ ਖੌਫ ਵਿੱਚ ਪਾ ਦੇਵਾਂ। ਤੂੰ ਮੌਤ ਤੋਂ ਕੰਬ ਕੇ ਮਰ ਜਾਵੇਂ, ਨਿਗਾਹ ਜਿਹਾ ਕੀੜਾ ਕਰ ਦੇਵਾਂ ਤੈਨੂੰ, ਤੇ ਚਾਰੇ ਪਾਸੇ ਮੌਤ ਹੀ ਮੌਤ, ਜਿੱਧਰ ਭੱਜੇ ਉਧਰ ਹੀ ਮੌਤ ਦਿਸੇ, ਤੇ ਮੌਤ ਤੋਂ ਡਰ ਕੇ ਕੰਬ ਕੇ ਤੂੰ ਮਰ ਜਾਵੇਂ, ਜੇ ਮੈਨੂੰ ਆਗਿਆ ਦੇ ਦਵੇ ਭਗਵਾਨ। ਬਿਸ਼ਨ ਪਾਦ ਸ਼ਾਂਤ ਰਾਮਾ ਅਸੰਖ ਜੋਧਨ ਸੂਰ ਪ੍ਰਬਲ। ਹਾਂ, ਜਿਹੜੇ ਬੜੇ ਦੁਨੀਆ ਦੇ ਉੱਪਰ ਬੜੇ ਯੋਧੇ ਹੋਏ ਨੇ, ਸੂਰਮੇ ਹੋਏ ਨੇ, ਬਲ ਵਾਲੇ ਬੇਅੰਤ ਹੀ। ਜੇ ਭਗਤ ਮੁਖ ਭਟ ਸਾਰਹਿ। ਹਾਂ, ਜਿਹੜੇ ਸਾਹਮਣੇ ਹੋ ਕਰਕੇ ਸਾਰ ਸ਼ਸਤਰਾਂ ਦੇ ਅਵਾਰ ਭਗਤ ਮੈਨੇ ਖਾਂਦੇ ਸਨ। ਮੁਖ ਮੈਨੇ ਮੂੰਹ ਤੇ, ਜਿਹੜੇ ਮੂੰਹ ਤੇ ਸ਼ਸਤਰਾਂ ਦੇ ਵਾਰ ਖਾਂਦੇ ਸਨ, ਜਾਂ ਮੁਖ ਮੈਨੇ ਸਾਹਮਣੇ ਹੋ ਕਰਕੇ ਜਿਹੜੇ ਭਟ ਸੂਰਮੇ ਸ਼ਸਤਰਾਂ ਦੇ ਵਾਰ ਖਾਂਦੇ ਸਨ। ਤਨ ਦੀਹ ਘੋਰ ਵਿਸਾਲ ਗਿਰ ਸਮ। ਜਿਨ੍ਹਾਂ ਦੇ ਵੱਡੇ ਸਰੀਰ, ਦੀਹ ਮੈਨੇ ਵੱਡੇ ਘੋਰ ਭਿਆਨਕ, ਵਿਸਾਲ ਬਹੁਤੇ ਤਗੜੇ, ਗਿਰ ਪਹਾੜਾਂ ਦੇ ਸਮਾਨ ਜਿਨ੍ਹਾਂ ਦੇ ਸਰੀਰ ਸਨ। ਗਿਰ ਮਤਤ ਪਗ ਤਰ ਧਾਰਹਿ। ਹਾਂ, ਉਹਨਾਂ ਪਹਾੜਾਂ ਵਰਗਿਆਂ ਨੂੰ
ਆਪਣੇ ਪੱਗ ਪੈਰਾਂ ਦੇ ਤਾਰ ਹੇਠਾਂ ਧਾਰ ਰੱਖ ਕੇ ਮਥਤ ਮਥ ਦੇਣਾ ਕੀਤਾ ਉਹ ਸਰਬਲੋ ਭਗਵਾਨ ਨੇ। ਜਿਹੜੇ ਵੱਡੇ ਵੱਡੇ ਪਹਾੜਾਂ ਜਿੱਡੇ ਸਨ ਉਹ ਪਹਾੜ ਆਪਣੇ ਪੈਰਾਂ ਦੇ ਨਾਲ ਹੀ ਮਥ ਦੇਣਾ ਕੀਤੇ, ਚਕਨਾ ਚੂਰ ਕਰ ਦੇਣਾ ਕੀਤੇ। ਪਗ ਧਮਕ ਬਸਦਾ ਨੀਰ ਛੂਟਤ। ਆਕਾਸ਼ਵਾਣੀ ਕਹਿੰਦੀ ਦੁਨੀਆ ਦੇ ਉੱਪਰ ਅਜਿਹੇ ਦੈਤ ਵੀ ਹੋਏ ਨੇ ਜਿਨ੍ਹਾਂ ਦੇ ਪੈਰਾਂ ਦੀ ਧਮਕ ਦੇ ਨਾਲ ਧਰਤੀ ਦਾ ਸੀਨਾ ਫਟ ਜਾਂਦਾ ਸੀ। ਜਿੱਥੇ ਉਹ ਪੈਰ ਮਾਰਦੇ ਸਨ ਉੱਥੇ ਹੀ ਬਸਦਾ ਧਰਤੀ ਧਮਕ ਦੇ ਨਾਲ ਹੀ ਫਟ ਜਾਂਦੀ ਤੇ ਪਾਣੀ ਦੇ ਫੁਹਾਰੇ ਤਾਂ ਨੂੰ ਛੁੱਟ ਪੈਂਦੇ ਸਨ। ਥਰ ਹਰਤ ਚਾਲਤ ਤਾਸ ਕੇ। ਇਹੋ ਜਿਹੇ ਦੈਂਤ ਹੋਏ ਨੇ ਤਾਸ ਗਈ ਤਿਨਾਂ ਦੇ ਚੱਲਣ ਦੇ ਨਾਲ ਹੀ ਧਰਤੀ ਥਰ ਹਰ ਕਰਕੇ ਕੰਬਦੀ ਸੀ। ਦੁਨੀਆ ਦੇ ਉੱਪਰ ਅਜਿਹੇ ਦੈਂਤ ਹੋਏ ਨੇ। ਤੇ ਡਰਪਤ ਬੰਦਤ ਚਰਨ ਜੁਗ ਜੁਗ। ਹਾਂ, ਜਿਹਦੇ ਨਾਲ ਵੀਰੇਨਾਥ ਤੂੰ ਆਕੜਦਾ ਪਿਆ ਹੈ ਨਾ, ਉਹ ਭਗਵਾਨ ਤੋਂ ਏਡੇ ਏਡੇ ਵੱਡੇ ਦੈਂਤ ਡਰਦੇ ਸਨ। ਤੂੰ ਤੇ ਕਾਹਦੇ ਪਾਣੀ ਹਾਰ ਹੈ। ਉਹ ਜਦੋਂ ਤੁਰਦੇ ਸੀ, ਜਿੱਥੇ ਪੈਰ ਰੱਖਦੇ ਸੀ, ਪੈਰ ਦੀ ਧਮਕ ਦੇ ਨਾਲ ਧਰਤੀ ਫਟ ਜਾਂਦੀ ਸੀ। ਪਾਣੀ ਦੇ ਝਰਨੇ, ਪਾਣੀ ਦੇ ਫੁਹਾਰੇ, ਪਾਣੀ ਦੀਆਂ ਲਾਟਾਂ ਤਾਂ ਨੂੰ ਚੱਲ ਪੈਂਦੀਆਂ ਸਨ ਅਸਮਾਨ ਵੱਲ ਨੂੰ। ਤੇ ਉਹ ਵੀ ਭਗਵਾਨ ਕੋ ਡਰਦੇ ਤੇ ਜੁਗਾਂ ਜੁਗਾਂਤਰਾਂ ਵਿੱਚ ਪੈਦਾ ਹੋ ਗਏ। ਉਹ ਭਗਵਾਨ ਦੇ ਚਰਨਾਂ ਨੂੰ ਬੰਦਤ ਮੱਥਾ ਟੇਕਦੇ ਰਹੇ। ਜੁਗਾਂ ਜੁਗਾਂਤਰਾਂ ਵਿੱਚ ਜਿਹੜਾ ਵੀ ਦੈਤ ਪੈਦਾ ਹੋਇਆ ਉਹਨੇ ਭਗਵਾਨ ਦੇ ਚਰਨਾਂ ਤੇ ਡਰਦਿਆਂ ਮੱਥਾ ਟੇਕ ਦਿੱਤਾ। ਉਹ ਵੀ ਡਰਦੇ ਸਨ। ਜੁਗਾਂ ਜੁਗਾਂਤਰਾਂ ਵਿੱਚ ਭਗਵਾਨ ਦੇ ਚਰਨਾਂ ਤੇ ਮੱਥਾ ਟੇਕਦੇ ਰਹੇ ਨੇ। ਰਟਤ ਨਿਸ ਦਿਨ ਜਾਸ ਹੈ। ਜਾਸ ਕਹੀਏ ਜਸ, ਭਗਵਾਨ ਦੇ ਜਸ ਨੂੰ ਉਹ ਰਾਤ ਦਿਨ ਰਟਦੇ ਰਹੇ ਨੇ। ਜਾਂ ਜਿਹਦੇ ਨਾਲ ਤੂੰ ਆਕੜਦਾ ਹੈ ਨਾ, ਜਾਸ ਜਿਸ ਦੇ ਨਾਲ ਤੂੰ ਆਕੜਦਾ ਹੈ ਉਸ ਦੇ ਜਸ ਦੇ ਤਾਈ ਉਹ ਰਾਤ ਦਿਨੇ ਕਹਿੰਦੇ ਰਹੇ। ਸਾਨੀ ਸੁਰ ਸਕਲ ਇੰਦਰ ਉਹ ਪਿੰਦਰ ਕੋਟਿਕ। ਉਹ ਪਿੰਦਰ ਵੈਨੇ ਵਾਮਨ ਅਵਤਾਰ ਕਰੋੜਾਂ ਹੀ ਇੰਦਰ, ਕਰੋੜਾਂ ਦੀ ਗਿਣਤੀ ਵਿੱਚ ਦੇਵਤੇ ਸਾਰੇ ਜਿੰਨੇ ਵੀ ਹਨ। ਹਰ ਦਵਾਰ ਸੇਵਕ ਮਾਵਹੀ। ਹਾਂ, ਦੇਵਵਾਣੀ ਕਹਿੰਦੀ ਬਿਰਜਨਾਦ ਉਹ ਭਗਵਾਨ ਦੇ ਦਰਵਾਜ਼ੇ ਦੇ ਉੱਪਰ ਸਾਰੇ ਹੀ ਸੇਵਾ ਕਮਾਉਂਦੇ ਪਏ ਨੇ। ਕੋਟ ਲక్ష్ਮੀ ਪੌਰ ਝਾਰਤ। ਕਰੋੜਾਂ ਹੀ ਲక్ష్ਮੀਆਂ ਇਕੱਠੀਆਂ ਹੋ ਕੇ ਨਾ ਤੇ ਭਗਵਾਨ ਦੇ ਚਰਨਾਂ ਦੇ ਉੱਪਰ ਸੇਵਾ ਕਰਦੀਆਂ ਨੇ। ਤੇ ਭਗਵਾਨ ਦੇ ਦਰਵਾਜ਼ੇ ਦੀਆਂ ਜਿਹੜੀਆਂ ਪੌਰ ਪੌੜੀਆਂ ਨੇ ਉਹਨਾਂ ਨੂੰ ਝਾਰਤ ਮੈਨੇ ਝਾੜਦੀਆਂ ਪਈਆਂ ਨੇ। ਦਾਸ ਦਾਸ ਕਹਾਵਹੀ। ਹਾਂ, ਦਾਸਾਂ ਦੇ ਦਾਸ ਕਰੋੜਾਂ ਦੇਵਤੇ ਕਹਾਉਂਦੇ ਪਏ ਨੇ। ਜਾਂ ਕਰੋੜਾਂ ਦੇਵਤੇ ਦਾਸ ਤੇ ਕਰੋੜਾਂ ਦੇਵੀਆਂ ਦਾਸੀਆਂ ਕਹਾਉਂਦੀਆਂ ਪਈਆਂ ਨੇ। ਸਾਰੇ ਕਹਿੰਦੇ ਪਏ ਨੇ ਵੀ ਅਸੀਂ ਭਗਵਾਨ ਦੇ ਦਾਸ ਤੇ ਦਾਸੀਆਂ ਹਾਂ। ਕੋਟ ਦੇਵੀ ਚੇਰ ਜਾ ਕੀ। ਹਾਂ, ਜਿਸ ਭਗਵਾਨ ਦੀਆਂ ਕਰੋੜਾਂ ਹੀ ਦੇਵੀਆਂ ਚੇਲੀਆਂ ਹਨ। ਸੁਰ ਕੋਟ ਕੋਟ ਗੁਲਾਮ ਹੈ। ਜਿਸ ਭਗਵਾਨ ਦੇ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਦੇਵਤੇ ਗੁਲਾਮ ਨੇ। ਇੱਕ ਬ੍ਰਹਮੰਡ ਦੇ 33 ਕਰੋੜ ਦੇਵਤੇ ਤੇ 9 ਕਰੋੜ ਦੇਵੀਆਂ ਨੇ। ਤੇ ਗੁਰੂ ਖਾਲਸਾ ਜੀ ਕਰੋੜਾਂ ਹੀ ਬ੍ਰਹਮੰਡਾਂ ਦਾ ਜਿਹੜਾ ਮਾਲਕ ਹੈ ਤੇ ਉਹਦੇ ਗੁਲਾਮ ਜਿਹੜੇ ਨੇ ਦੇਵੀ ਦੇਵਤੇ ਉਹ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਹੀ ਹੋਣਗੇ ਨਾ। ਇਸ ਲਈ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਦੇਵਤੇ ਜਿਸ ਦੇ ਗੁਲਾਮ ਹਨ। ਸਿਰ ਕਸਤ ਹਰ ਦਰ ਠਾਠ ਨਿਸ ਦਿਨ। ਹਾਂ, ਦੇਵਵਾਣੀ ਕਹਿੰਦੀ ਹੈ ਕਿ ਇਹ ਜੋ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਭਗਵਾਨ ਦੇ ਗੁਲਾਮ ਦੇਵਤੇ ਤੇ ਦੇਵੀਆਂ ਚੇਲੀਆਂ ਹਨ, ਇਹ ਹਰੀ ਦੇ ਦਰ ਦਰਵਾਜ਼ੇ ਤੇ ਠਾਠ ਖਲੋ ਕੇ ਰਾਤ ਦਿਨੇ ਆਪਣਾ ਸਿਰ ਘਸਤ ਮੈਨੇ ਘੁਸਾਈ ਜਾਂਦੇ ਨੇ। ਭਗਵਾਨ ਨੂੰ ਮੱਥਾ ਟੇਕੀ ਜਾਂਦੇ ਨੇ। ਭਗਵਾਨ ਦੇ ਦਰਵਾਜ਼ੇ ਤੇ ਆਪਣਾ ਸਿਰ ਰਗੜੀ ਜਾਂਦੇ ਨੇ। ਸਭ ਦੇਤ ਹਰ ਹੈ ਸਲਾਮ ਹੈ। ਸਾਰੇ ਹੀ ਹਰੇ ਪ੍ਰਭੂ ਨੂੰ ਸਲਾਮ ਨਮਸਕਾਰਾਂ ਦਿੰਦੇ ਨੇ, ਭਾਵ ਨਮਸਕਾਰਾਂ ਕਰਦੇ ਹਨ। ਬਿਸ਼ਨ ਪਾਦ ਸ਼ਾਂਤ ਰਾਮਾ ਆਸ ਬੀਓ ਜਗ ਮੈਂ ਕੌਣ ਜਨਮਿਓ। ਹਾਂ, ਦੇਵਵਾਣੀ ਕਹਿੰਦੀ
ਕਹਿੰਦੀ ਐਸਾ ਕਿਹੜਾ ਦੂਜਾ ਜਗਤ ਵਿੱਚ ਜੰਮਿਆ ਏ, ਬੀਓ ਮੈਨੇ ਦੂਜਾ, ਕਿਹੜਾ ਜਗਤ ਦੇ ਵਿੱਚ ਦੂਜਾ ਜੰਮਿਆ ਏ, ਬੀਓ ਦਾ ਜਈਆ ਪੂਰਾ ਏ। ਹਰ ਸੰਗ ਆਹਵ ਚਾਹਹੀਂ, ਜੋ ਜੰਗ ਦੇ ਮੈਦਾਨ ਵਿੱਚ ਖੜਾ ਹੋ ਕੇ ਤੇ ਹਰੀ ਦੇ ਨਾਲ ਜੰਗ ਕਰਨਾ ਚਾਵੇ। ਕਿੰਗ ਬਚਨ ਤੋਰ ਸਹਾਰ ਕੀਤੋ ਨ, ਹਾਂ, ਮੈਨੂੰ ਤੇ ਪਤਾ ਨਹੀਂ ਲੱਗਦਾ ਕਿ ਉਹ ਭਗਵਾਨ ਨੇ ਤੇਰੇ ਬਚਨਾਂ ਨੂੰ ਕਿਵੇਂ ਸਹਾਰ ਲੈਣਾ ਕੀਤਾ ਏ। ਭਗਵਾਨ ਤੇ ਏਡਾ ਵੱਡਾ ਏ, ਐਸਾ ਕਿਹੜਾ ਏ ਜਿਹੜਾ ਭਗਵਾਨ ਦੇ ਅੱਗੇ ਅੜੇ। ਐਸਾ ਜਹਾਨ ਵਿੱਚ ਦੂਜਾ ਕੋਈ ਨਹੀਂ ਅਜੇ ਤੱਕ ਜੰਮਿਆ ਜਿਹੜਾ ਭਗਵਾਨ ਦੇ ਨਾਲ ਜੰਗ ਕਰੇ। ਤੂੰ ਭਗਵਾਨ ਦੇ ਅੱਗੇ ਅੜਿਆ ਵੀ ਹੈ, ਭਗਵਾਨ ਨੂੰ ਕੌੜੇ ਬੋਲ ਵੀ ਬੋਲੇ ਨੇ। ਮੈਨੂੰ ਪਤਾ ਨਹੀਂ ਲੱਗਦਾ ਕਿ ਭਗਵਾਨ ਨੇ ਤੇਰੇ ਕੌੜੇ ਬਚਨਾਂ ਨੂੰ ਸਹਾਰ ਕਿਵੇਂ ਲੈਣਾ ਕੀਤਾ ਹੈ। ਕਿੰਗ ਬਚਨ ਤੋਰ ਸਹਾਰ ਕੀ ਤੋਨ, ਤੇਰੇ ਬਚਨਾਂ ਨੂੰ ਕਿਵੇਂ ਸਹਾਰ ਲੈਣਾ ਕੀਤਾ ਹੈ। ਕੱਕੇ ਨੂੰ ਸਿਹਾਰੀ ਉੱਤੇ ਟਿੱਪੀ ਕਿੰਗ ਐ ਬੋਲਣਾ ਏ, ਤੇ ਇਹਦਾ ਉਚਾਰਨ ਕਿਮ ਇਸ ਤਰੀਕੇ ਨਾਲ ਵੀ ਹੋ ਸਕਦਾ ਏ। ਟਿੱਪੀ ਨੂੰ ਮੰਮਾ ਬਣਾ ਕੇ ਤੇ ਮੰਮੇ ਦੇ ਪੈਰ ਵਿੱਚ ਹਲੰਤ, ਕਿਮ ਇਸ ਤਰੀਕੇ ਦੇ ਨਾਲ ਵੀ ਉਚਾਰਨ ਕੀਤਾ ਜਾ ਸਕਦਾ ਏ। ਪ੍ਰਭ ਮੌਜ ਬੇਪਰਵਾਹ ਹੀ, ਦੇਵਵਾਣੀ ਕਹਿੰਦੀ ਕਿ ਇਹ ਪ੍ਰਭੂ ਦੀ ਮੌਜ ਹੈ, ਪ੍ਰਭੂ ਬੇਪਰਵਾਹ ਏ। ਇਸ ਪ੍ਰਭੂ ਨੇ ਤੈਨੂੰ ਬਖਸ਼ ਦੇਣਾ ਕੀਤਾ ਏ, ਤੂੰ ਇੰਨਾ ਬੁਰਾ ਭਲਾ ਪ੍ਰਭੂ ਨੂੰ ਬੋਲਣਾ ਕੀਤਾ ਏ। ਪ੍ਰਭ ਰੰਚ ਰੋਖ ਜੇ ਮਨ ਕਰਹਿ, ਹਾਂ, ਜੇ ਪ੍ਰਭੂ ਥੋੜਾ ਜਿਹਾ ਵੀ ਗੁੱਸਾ ਕਰੇ ਨਾ ਮਨ ਵਿੱਚ ਤੇ ਤੇਰੀਆਂ ਧੱਜੀਆਂ ਉਡਾ ਸਕਦਾ ਏ। ਉਹਨੂੰ ਬਹੁਤਾ ਗੁੱਸਾ ਕਰਨ ਦੀ ਲੋੜ ਨਹੀਂ ਹੈ। ਜੇ ਥੋੜੇ ਜੇ ਵੀਰ ਰਸ ਦੇ ਵਿੱਚ ਵੀ ਉਹ ਭਗਵਾਨ ਆ ਜਾਵੇ। ਤ੍ਰੈ ਲੋਕ ਨਾਸੈ ਛਿਨ ਬਿਖੈ, ਹਾਂ, ਦੇਵ ਬਾਣੀ ਕਹਿੰਦੀ ਤੇਰੀ ਕਿਹੜੀ ਗੱਲ ਹੈ। ਥੋੜਾ ਜਿਹਾ ਵੀ ਉਹ ਵੀਰ ਰਸ ਕਰੇ, ਇੱਕ ਛਿਨ ਵਿੱਚ ਉਹ ਤਿੰਨੇ ਲੋਕ ਨਾਸ ਕਰ ਸਕਦਾ। ਖੁ ਸਤਨਾਮ ਸ਼੍ਰੀ ਵਾਹਿਗੁਰੂ, ਤੂੰ ਉਹ ਭਗਵਾਨ ਦੇ ਅੱਗੇ ਕੀ ਹੈ। ਤੂੰ ਕੀਟ ਕੌਣ ਹੈ ਤੁਲ ਕਹੀਅਤ, ਹਾਂ, ਤੂੰ ਕੀੜਾ ਕਾਹਦੇ ਤੁਲ ਕਹੀਦਾ ਏ। ਤੂੰ ਤੇ ਕਿਸੇ ਤੁਲ ਵੀ ਨਹੀਂ ਹੈ ਜਿਹੜਾ ਇੱਕ ਛਿਨ ਵਿੱਚ ਤਿੰਨੇ ਲੋਕ ਗਰਕ ਕਰ ਸਕਦਾ ਏ, ਤੇ ਉਹਦੇ ਸਾਹਮਣੇ ਤੂੰ ਕਾਹਦੇ ਬਰਾਬਰ ਕਿਹਾ ਜਾ ਸਕਦਾ ਏ। ਇੱਕ ਕੀੜਾ ਕਹੀਅਤ ਦਾ ਜਈਆ ਪੂਰਾ ਏ। ਦੇਤ ਹਰ ਕੋ ਹੈ ਸਿੱਖੈ, ਜੋ ਤੂੰ ਹਰੀ ਦੇ ਤਾਈਂ ਸਿੱਖਿਆ ਦਿੰਦਾ ਪਿਆ ਏ ਵੀ ਤੂੰ ਜੰਗ ਦਾ ਮੈਦਾਨ ਛੱਡ ਕੇ ਭੱਜ ਜਾ ਜੇ ਤੂੰ ਬਚਣਾ ਏ। ਤੂੰ ਕਾਹਦੇ ਤੁਲ ਹੈ ਹਰੀ ਦੇ ਬਰਾਬਰ, ਹਰੀ ਦੇ ਸਾਹਮਣੇ। ਸਾਨੀ ਕਬ ਬਾਚ ਤੇ ਘਾਰ ਬਹੁਬਿਦ ਗਿਰਾ ਹਰ ਕੀ, ਮਹਾਰਾਜ ਕਲਗੀਧਰ ਜੀ ਵਿਸ਼ੇਸ਼ ਕਰਕੇ ਦੱਸਦੇ ਪਏ ਨੇ, ਕਹਿੰਦੇ ਬਹੁਤ ਤਰੀਕਿਆਂ ਦੇ ਨਾਲ ਜੋ ਹਰੀ ਦੀ ਆਕਾਸ਼ਵਾਣੀ ਹੈ, ਜੋ ਸੰਤਾਂ ਮਹਾਂਪੁਰਖਾਂ ਨੂੰ ਅਨੁਭਵ ਹੁੰਦਾ ਏ, ਜਿਹਨੂੰ ਗੁਰੂ ਖਾਲਸਾ ਜੀ ਧੁਰ ਕੀ ਬਾਣੀ ਸਤਿਗੁਰੂ ਸਾਹਿਬ ਜੀ ਨੇ ਕਿਹਾ ਹੈ, ਉਹਨੂੰ ਆਕਾਸ਼ਵਾਣੀ ਵੀ ਕਹਿੰਦੇ ਨੇ। ਜਿਵੇਂ ਗੁਰੂ ਖਾਲਸਾ ਜੀ ਪਾਕੇ ਕੁਰਾਨ ਸ਼ਰੀਫ ਹੈ, ਕੁਰ ਨਾਮ ਅਰਬੀ ਦੇ ਵਿੱਚ ਆਕਾਸ਼ ਦਾ ਹੈ। ਇਸਲਾਮ ਵਾਲੇ ਮੰਨਦੇ ਨੇ ਕਿ ਜਿਹੜੀ ਆਕਾਸ਼ ਤੋਂ ਆਈ ਹੈ ਉਹਨੂੰ ਕੁਰਾਨ ਅਸੀਂ ਕਹਿੰਦੇ ਹਾਂ। ਪਾਕੇ ਕੁਰਾਨ ਸ਼ਰੀਫ ਦੇ ਗੁਰੂ ਖਾਲਸਾ ਜੀ 30 ਸਿਪਾਰੇ ਨੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਕਥਾ ਦੇ ਵਿੱਚ ਇਹ ਬਚਨ ਸੁਣਾਇਆ ਏ ਕਿ ਇੱਕ ਸਾਧੂ ਸੀ, ਉਹ ਜੰਗਲਾਂ ਵਿੱਚ ਰਹਿੰਦਾ ਸੀ, ਤੇ ਉਹ ਮਹਾਤਮਾ ਨੇ 30 ਚਿੱਠੀਆਂ ਹਜ਼ਰਤ ਮੁਹੰਮਦ ਸਾਹਿਬ ਨੂੰ ਲਿਖੀਆਂ। ਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਜਦੋਂ ਉਹਦੇ ਮੁਰੀਦਾਂ ਨੇ ਪੁੱਛਣਾ ਵੀ ਇਹ ਚਿੱਠੀ ਕਿੱਥੋਂ ਆਈ ਹੈ ਪੈਗੰਬਰ ਸਾਹਿਬ ਜੀ, ਤਾਂ ਉਹਨੇ ਕਹਿ ਦੇਣਾ ਇਹ ਆਕਾਸ਼ ਤੋਂ ਆਈ ਹੈ, ਖੁਦਾ ਵੱਲੋਂ ਆਈ ਹੈ, ਫਰਿਸ਼ਤੇ ਲੈ ਕੇ ਆਏ ਨੇ। ਤੇ ਗੁਰੂ ਖਾਲਸਾ ਜੀ 30 ਚਿੱਠੀਆਂ ਆਈਆਂ, ਤੇ 30 ਚਿੱਠੀਆਂ ਦੇ ਸੰਗ੍ਰਹਿ ਨੂੰ ਉਹਨਾਂ ਨੇ ਕੁਰਾਨ ਸ਼ਰੀਫ ਕਹਿਣਾ ਸ਼ੁਰੂ ਕਰ ਦਿੱਤਾ। ਇਹ ਕੁਰ ਆਕਾਸ਼ ਤੋਂ ਆਈਆਂ ਨੇ ਚਿੱਠੀਆਂ, ਇਹ ਆਕਾਸ਼ਵਾਣੀ ਹੈ। ਇੱਕ ਵਾਰ ਗੁਰੂ ਖਾਲਸਾ ਜੀ ਉਹ ਸਾਧੂ ਮਹਾਤਮਾ ਨੇ ਫੇਰ ਚਿੱਠੀ ਭੇਜੀ ਵੀ ਜੰਗਲ ਦੇ ਵਿੱਚ ਮੈਂ ਇਕਾਂਤ ਤੁਹਾਨੂੰ ਮਿਲਣਾ ਚਾਹੁੰਦਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ
ਕਿ ਜੰਗਲ ਦੇ ਵਿੱਚ ਸ਼ੈਤਾਨ ਆਵੇਗਾ ਤੇ ਉਹ ਆ ਕਰਕੇ ਕਹੇਗਾ ਕਿ ਜਿਹਨੂੰ ਤੁਸੀਂ ਕੁਰਾਨ ਕਹਿੰਦੇ ਹੋ, 30 ਸਿਪਾਰੇ ਕਹਿੰਦੇ ਹੋ, 30 ਚਿੱਠੀਆਂ ਖੁਦਾ ਵੱਲੋਂ ਆਈਆਂ ਨੇ, ਉਹ ਮੈਂ ਹੀ ਲਿਖੀਆਂ ਨੇ, ਮੈਂ ਹਜ਼ਰਤ ਮੁਹੰਮਦ ਸਾਹਿਬ ਦਾ ਗੁਰੂ ਹਾਂ। ਇਸ ਤਰੀਕੇ ਦੇ ਉਹ ਬੋਲ ਕਹੇਗਾ ਤੇ ਤੁਸਾਂ ਨੇ ਉਸ ਨੂੰ ਮਾਰ ਦੇਣਾ। ਇਦਾਂ ਹਜ਼ਰਤ ਮੁਹੰਮਦ ਸਾਹਿਬ ਨੇ ਪਹਿਲਾਂ ਹੀ ਆਪਣੇ ਮੁਰੀਦਾਂ ਨੂੰ ਸਮਝਾ ਦਿੱਤਾ ਸੀ। ਜਦੋਂ ਗੁਰੂ ਖਾਲਸਾ ਜੀ ਜੰਗਲ ਵਿੱਚ ਉਹ ਸਾਧੂ ਆਏ ਤੇ ਉਸ ਵਕਤ ਉਹਨਾਂ ਨੇ ਕਿਹਾ ਵੀ ਮੈਂ ਹਜ਼ਰਤ ਮੁਹੰਮਦ ਸਾਹਿਬ ਦਾ ਮੁਰਸ਼ਿਦ ਹਾਂ ਤੇ 30 ਸਿਪਾਰੇ 30 ਚਿੱਠੀਆਂ ਮੈਂ ਹੀ ਭੇਜੀਆਂ ਸਨ, ਜਿਹਦੇ ਤੋਂ ਉਸਨੇ ਕੁਰਾਨ ਸ਼ਰੀਫ ਬਣਾਈ ਹੈ। ਉਹਦੇ ਮੁਰੀਦਾਂ ਨੇ ਰੋੜੇ ਮਾਰ ਕੇ ਉਹ ਸਾਧੂ ਨੂੰ ਭਜਾਤਾ, ਮਾਰ ਦਿੱਤਾ। ਤੇ ਉਸ ਵਕਤ ਤੋਂ ਇਹ ਸ਼ੈਤਾਨ ਦਾ ਰੌਲਾ ਇਸਲਾਮ ਭਾਈਚਾਰੇ ਵਿੱਚ ਚੱਲਿਆ ਹੈ। ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਕਥਾ ਵਿੱਚ ਇਹ ਬੋਲ ਸੁਣਾਏ ਨੇ। ਸੋ ਇਸ ਤਰੀਕੇ ਦੇ ਨਾਲ ਆਕਾਸ਼ਵਾਣੀ, ਨਭਬਾਣੀ ਇਹ ਸੰਸਕ੍ਰਿਤ ਬੋਲੀ ਵਿੱਚ ਕਹਿੰਦੇ ਨੇ, ਤੇ ਗੁਰੂ ਖਾਲਸਾ ਜੀ ਅਰਬੀ ਦੇ ਵਿੱਚ ਕੁਰਾਨ ਕਹਿ ਦਿੰਦੇ ਨੇ। ਕੁਰ ਅਸਮਾਨ ਵੱਲੋਂ ਜਿਹੜੀ ਬਾਣੀ ਆਵੇ, ਤੇ ਸਤਿਗੁਰੂ ਸਾਹਿਬ ਜੀ ਨੇ ਧੁਰਕੀ ਬਾਣੀ ਕਹਿ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਨੂੰ ਉੱਤਮ ਦਰਜਾ ਦਿੱਤਾ ਹੈ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਸਤਿਗੁਰੂ ਸਾਹਿਬ ਜੀ ਨੇ ਬਚਨ ਵੀ ਲਿਖੇ ਨੇ, ਮੈਂ ਆਪੋ ਨਹੀਂ ਕੋਈ ਜਾਣਦਾ। ਜੋ ਅਕਾਲ ਪੁਰਖ ਪਰਮੇਸ਼ਰ ਵੱਲੋਂ ਧੁਰ ਦਰਗਾਹ ਤੋਂ ਬੋਲ ਆਏ ਨੇ, ਉਹ ਮੈਂ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਦੱਸੇ ਨੇ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਗੁਰੂ ਖਾਲਸਾ ਜੀ 10 ਜਾਮਿਆਂ ਵਿੱਚ ਭਾਵੇਂ ਦੇਹਾਂ ਪਲਟੀਆਂ ਨੇ, ਪਰ ਗੁਰੂ ਨਾਨਕ ਸਾਹਿਬ ਹੀ 10 ਜਾਮਿਆਂ ਵਿੱਚ ਵਰਤੇ। ਹੁਣ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਕੇ ਪੰਥ ਖਾਲਸੇ ਦੇ ਵਿੱਚ ਵਰਤਦੇ ਪਏ ਨੇ। ਗੁਰੂ ਵੀ ਇੱਕ ਹੀ ਹੈ, ਗੁਰੂ ਦਾ ਉਪਦੇਸ਼ ਵੀ ਇੱਕ ਹੀ ਹੈ, ਤੇ ਬਾਣੀ ਵੀ ਇੱਕ ਹੀ ਹੈ। ਭਾਵੇਂ ਗੁਰੂ ਖਾਲਸਾ ਜੀ ਮੁਲਾਂਕਣ ਕਰਕੇ, ਪ੍ਰੀਖਿਆ ਕਰਕੇ ਦੇਖ ਲਿਆ ਜਾਵੇ, ਗੁਰੂ ਦੀ ਬਾਣੀ ਦੀ ਪਰਖ ਕਰਨ ਵਾਲਾ ਤੇ ਕੋਈ ਜੰਮਿਆ ਨਹੀਂ, ਪਰ ਫਿਰ ਵੀ ਗੁਰੂ ਖਾਲਸਾ ਜੀ ਸਿਧਾਂਤ ਦਾ ਮੁਲਾਂਕਣ ਕਰਨਾ ਹੋਵੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਬਾਣੀ ਵਿੱਚ ਬਚਨ ਕੀਤੇ ਸਨ। ਮਹਾਰਾਜ ਨੇ ਕਿਹਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪੰਜਵੇਂ ਸਰੂਪ ਵਿੱਚ ਧੁਰਕੀ ਬਾਣੀ ਆਈ। ਇਹ ਬਚਨ ਕਹੇ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਪੰਜਵੇਂ ਸਰੀਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਬਚਨ ਕੀਤੇ ਸਨ। 10ਵੇਂ ਜਾਮੇ ਵਿੱਚ ਜੋ ਨਿਜ ਪ੍ਰਭ ਮੋਹ ਸੋ ਕਹਾ, ਸੋ ਕਹਿ ਹਉ ਜਗ ਮਾਹੇ। ਜੋ ਅਕਾਲ ਪੁਰਖ ਪਰਮੇਸ਼ਰ ਨੇ ਮੈਨੂੰ ਕਿਹਾ, ਮੈਂ ਉਹ ਬੋਲ ਐ ਗੁਰੂ ਖਾਲਸਾ ਜੀ ਤੁਹਾਨੂੰ ਕਹਿਣਾ। ਇਹ ਗੁਰੂ ਖਾਲਸਾ ਜੀ ਦੇਖੋ ਮੁਲਾਂਕਣ, ਪਹਿਲੇ ਸਰੂਪ ਵਿੱਚ ਵੀ ਜੋ ਬੋਲ ਗਏ ਉਹੋ ਹੀ ਪੰਜਵੇਂ ਵਿੱਚ ਗਏ, ਜਿਹੜੇ ਬੋਲ ਪੰਜਵੇਂ ਸਰੂਪ ਵਿੱਚ ਗਏ ਉਹੋ ਹੀ 10ਵੇਂ ਜਾਮੇ ਵਿੱਚ ਗਏ। ਇਹ ਆ ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ ਹੈ। ਜੋਤ ਉਹੀ ਹੈ, ਜੁਗਤੀ ਵੀ ਉਹੀ ਹੈ, ਬਸ ਗੁਰੂ ਖਾਲਸਾ ਜੀ ਕਾਇਆ ਹੀ ਪਲਟੀ ਹੈ। ਇੱਥੇ ਮਹਾਰਾਜ ਸਾਹਿਬ ਜੀ ਨੇ ਆਕਾਸ਼ਵਾਣੀ ਤੇ ਗਿਰਾ ਹਰ ਕਰਕੇ ਧੁਰ ਕੀ ਬਾਣੀ ਦਾ ਮਹਾਰਾਜ ਨੇ ਪਰਿਆਈ ਵਾਚੀ ਨਾਵਾਂ ਕਰਕੇ ਇੱਥੇ ਨਾਮ ਲਿਖਿਆ ਹੈ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋ ਆਕਾਸ਼ਵਾਣੀ ਹੈ ਉਸਨੇ ਬਹੁਤੇ ਤਰੀਕਿਆਂ ਦੇ ਨਾਲ ਵੀਰਿਆਨਾਦ ਨੂੰ ਤਿਕਾਰ ਕਹਿਣਾ ਕੀਤਾ। ਤੇਰਾ ਜਨਮ ਵੀ ਤ੍ਰਿਗਾਕਾਰ ਹੈ, ਤੇਰਾ ਜਨਮ ਵੀ ਤ੍ਰਿਗਾਕਾਰ ਹੈ, ਤੇ ਤੂੰ ਜਿਹੜੇ ਕਰਮ ਕੀਤੇ ਨੇ ਉਹ ਵੀ ਤ੍ਰਿਗਾਕਾਰ ਨੇ। ਇਸ ਤਰੀਕੇ ਨਾਲ ਆਕਾਸ਼ਵਾਣੀ ਨੇ ਬਹੁ ਪ੍ਰਕਾਰ ਉਸ ਨੂੰ ਡਾਂਟਣਾ ਕੀਤਾ, ਤ੍ਰਿਗਾਕਾਰ ਕਹਿਣਾ ਕੀਤਾ। ਦੈ ਸਰਾਪ ਨਿਸ਼ਚਰ ਤੂਸਨੀ। ਹਾਂ, ਸਰਾਪ ਮੈਨੇ ਕਰੜੇ ਬੋਲ ਦੇ ਕੇ ਦੰਤ ਨੂੰ ਆਕਾਸ਼ਵਾਣੀ, ਤੂਸਨੀ ਮੈਨੇ ਚੁੱਪ ਹੋ ਗਈ।
ਕਰੜੇ ਬੋਲ ਕਹੇ, ਸਰਾਪ ਦਿੱਤੇ, ਤੂੰ ਸੜ ਜਾਵੇਂ। ਤੇਰਾ ਇਹ ਮਨ ਵੀ ਸੜ ਜਾਵੇ, ਤਨ ਵੀ ਸੜ ਜਾਵੇ, ਜੋ ਤੂੰ ਭਗਵਾਨ ਦੇ ਨਾਲ ਕੌੜੇ ਬੋਲ ਬੋਲਦਾ ਪਿਆ ਏ, ਤੇਰੀ ਜ਼ੁਬਾਨ ਸੜ ਜਾਵੇ। ਤੂਸਨੀ ਮੈਨੇ ਚੁੱਪ ਹੋ ਗਈ। ਸੱਸੇ ਨੂੰ ਔਂਕੜ ਗੁਰੂ ਖਾਲਸਾ ਜੀ ਗਲਤੀ ਨਾਲ ਲੱਗ ਗਈ ਹੈ। ਇਹ ਪੁਰਾਣੀਆਂ ਬੀੜਾਂ ਦੇ ਵਿੱਚ ਮਾਤਾ ਭਾਗੋ ਜੀ ਤੇ ਗਿਆਨੀ ਚੰਦਾ ਸਿੰਘ ਦੀ ਬੀੜ ਵਿੱਚ ਤੂਸਨੀ ਤੱਤੇ ਨੂੰ ਦਲੰਕੜਾ, ਸੱਸਾ ਤੇ ਨੰਨੇ ਨੂੰ ਬਿਹਾਰੀ, ਇਸੇ ਤਰੀਕੇ ਨਾਲ ਸ਼ੁੱਧ ਲਿਖਿਆ ਏ। ਹੋਤ ਬਰਖਾ ਪੁਸ਼ਪ ਕਨਹਰ। ਸਾਹਿਬ ਜੀ ਕਹਿੰਦੇ ਜਿਸ ਵਕਤ ਆਕਾਸ਼ਵਾਣੀ ਸ਼ਾਂਤ ਹੋਈ, ਉਸ ਵਕਤ ਜੰਗ ਦੇ ਮੈਦਾਨ ਵਿੱਚ ਖਲੋਤੇ ਸਰਬਲੋ ਭਗਵਾਨ ਦੇ ਉੱਪਰ ਫੁੱਲਾਂ ਦੀ ਬਰਖਾ ਹੋਈ। ਕਨਹਰ ਬਦਲਾਂ ਦੇ ਵੱਲੋਂ ਫੁੱਲਾਂ ਦੀ ਬਰਖਾ ਹੋਈ, ਜਾਂ ਫੁੱਲ ਵਰਸਾਉਣ ਵਾਲੇ ਬਦਲਾਂ ਨੇ ਬਰਖਾ ਕੀਤੀ। ਬਜਤ ਦੁੰਦਬ ਭੇਰਨੀ। ਛੋਟੇ ਤੇ ਵੱਡੇ ਨਗਾਰੇ, ਭੇਰੀਆਂ ਆਦਿਕ ਉੱਥੇ ਵੱਜੇ ਹਨ। ਜੈ ਸ਼ਬਦ ਰੁਨ ਝੁਨ ਨਾਦ ਅਨੁਭਵ। ਹਾਂ, ਅਨੁਭਵ ਕੀਤਾ ਬੀਰਯ ਨਾਦ ਨੇ। ਤੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਮੈਨੂੰ ਵੀ ਇਹ ਗੱਲ ਅਨੁਭਵ ਹੋਈ ਹੈ ਕਿ ਉੱਥੇ ਜਿਹੜੇ ਨਾਦ ਵਾਜੇ ਵੱਜੇ ਤੇ ਰੁਣ ਝੁਨ ਇੱਕ ਸਾਰ ਜੈ ਜੈਕਾਰ ਦੇ ਸ਼ਬਦ ਹੋਏ, ਜਾਂ ਸੂਖਮ ਰੂਪ ਦੇ ਵਿੱਚ ਉੱਥੇ ਵਾਜੇ ਵੱਜੇ ਨੇ ਤੇ ਜੈ ਜੈਕਾਰ ਦੇ ਇੱਕ ਰਸ ਸ਼ਬਦ ਹੋਏ ਨੇ। ਇਹ ਅਨੁਭਵ ਬੀਰਯਨਾਦ ਨੂੰ ਵੀ ਹੋਇਆ। ਤੇ ਸਾਹਿਬ ਜੀ ਕਹਿੰਦੇ ਮੈਂ ਵੀ ਤੁਹਾਨੂੰ ਕਥਾ ਦੱਸ ਰਿਹਾ ਖਾਲਸਾ ਜੀ, ਮੈਨੂੰ ਵੀ ਇਹ ਅਨੁਭਵ ਹੋ ਰਿਹਾ ਏ। ਹੋਤ ਜੈ ਜੈਕਾਰ ਹੈ। ਉੱਥੇ ਜੈ ਜੈਕਾਰ ਹੁੰਦੀ ਪਈ ਹੈ। ਜੈ ਸਰਬ ਲੋਹ ਜਨਿੰਦਰ ਈਸ਼ਵਰ। ਸਾਰੇ ਕਹਿੰਦੇ ਪਏ ਨੇ ਸਰਬਲੋ ਭਗਵਾਨ ਤੇਰੀ ਜੈ ਹੋਵੇ, ਜਨਾਂ ਦੇ ਮਾਲਕ ਤੇਰੀ ਜੈ ਹੋਵੇ, ਦੁਨੀਆ ਦੇ ਈਸ਼ਵਰ ਤੇਰੀ ਜੈ ਹੋਵੇ। ਜੈ ਵਿਸ਼ਵ ਰੂਪ ਮੁਰਾਰ ਹੈ। ਹਾਂ, ਜੈ ਜੈਕਾਰ ਹੋਵੇ। ਸੰਸਾਰ ਰੂਪ, ਸਰਬਲੋ ਰੂਪ, ਮੋਹ ਰੂਪੀ ਮੁਰਦਿਆਂ ਤੇ ਆਰ ਵੈਰੀ। ਤੇ ਇਸੇ ਤਰੀਕੇ ਨਾਲ ਮੱਧ ਕੈਟਵ ਦੇ ਤੁਸੀਂ ਵੈਰੀ ਹੋ, ਇਸ ਵਾਸਤੇ ਤੁਹਾਡਾ ਨਾਮ ਮੁਰਾਰੀ ਹੈ। ਜਦੋਂ ਗੁਰੂ ਖਾਲਸਾ ਜੀ ਇਹ ਸੰਸਾਰ ਨੂੰ ਪ੍ਰਗਟ ਕੀਤਾ ਤੇ ਉਸ ਵਕਤ ਮੱਧ ਕੈਟਵ ਇਹਨਾਂ ਦਾ 5000 ਵਰਾ ਯੁੱਧ ਹੋਇਆ। ਉਸ ਵਕਤ ਗੁਰੂ ਖਾਲਸਾ ਜੀ ਫਿਰ ਬ੍ਰਹਮੇ ਨੇ ਭਗਵਾਨ ਦੀ ਤਪੱਸਿਆ ਕੀਤੀ, ਉਹਨੂੰ ਖੜਗ ਕਿਰਪਾਨ ਪ੍ਰਾਪਤ ਹੋਈ। ਤੇ ਉਸ ਵਕਤ ਗੁਰੂ ਖਾਲਸਾ ਜੀ ਭਗਵਾਨ ਨੇ ਇਹ ਮਧੂ ਕੈਟਵ ਦਾ ਸੰਘਾਰ ਕੀਤਾ ਸੀ। ਇਸ ਤਰੀਕੇ ਦੀ ਜਿਹੜੀ ਕਥਾ ਹੈ ਇਹ ਬ੍ਰਹਮ ਕਵਚ ਦੀ ਉਥਾਨਕਾ ਦੇ ਵਿੱਚ ਗੁਰੂ ਖਾਲਸਾ ਜੀ ਲਿਖੀ ਹੈ। ਦਾਸ ਵੱਲੋਂ ਇਹ ਪੁਸਤਕ ਛਪੀ ਹੈ। ਭਾਈ ਚਤਰ ਸਿੰਘ ਤੇ ਜੀਵਨ ਸਿੰਘ ਦੇ ਪਾਸੋਂ ਇਹ ਪ੍ਰਾਪਤ ਹੁੰਦੀ ਹੈ। ਸੋ ਇਸ ਤਰੀਕੇ ਦੇ ਨਾਲ ਮੋਹ ਰੂਪੀ ਮੁਰਦਿਆਂ ਦੇ ਜੋ ਅਰੀ ਵੈਰੀ ਨੇ ਉਹਨਾਂ ਦੀ ਜੈ ਜੈਕਾਰ ਹੋਈ। ਤਰਯੋ ਦਸਕ ਇੱਕ। ਹਾਂ, ਤਰਯੋ 3 ਤੇ ਦਸਕ 10 ਬਣ ਗਏ 13। 13 ਦਾ ਇੱਕ ਹੋ ਗਿਆ। ਇਹ 13 ਗੁਰੂ ਖਾਲਸਾ ਜੀ ਛੰਦ ਆਏ ਨੇ, ਜਿਹਦੇ ਵਿੱਚ ਆਕਾਸ਼ਵਾਣੀ ਨੇ ਬੀਰਜਨਾਦ ਨੂੰ ਤ੍ਰਿਗਾਕਾਰ ਕਰਕੇ ਕਥਨ ਕੀਤਾ ਹੈ। ਤ੍ਰਿਗਾਕਾਰ ਕਰਕੇ ਲਾਹਣਤਾਂ ਪਾਈਆਂ ਨੇ, ਤ੍ਰਿਗਾਕਾਰ ਕਹਿ ਕਹਿ ਕੇ ਉਹਨੂੰ ਦਰਕਾਰਿਆ ਹੈ। ਇਤ ਸ਼੍ਰੀ ਗਿਰਾ ਸਤੋਤਰ ਸ਼੍ਰੀ ਸਰਬ ਲੋਹ ਸੁਭੰ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ ਇਹ ਆਕਾਸ਼ਵਾਣੀ ਦਾ ਅਸਤੋਤਰ ਹੈ। ਆਕਾਸ਼ਵਾਣੀ ਨੇ ਜਿਵੇਂ ਸਰਬਲੋ ਭਗਵਾਨ ਦੀ ਸਤੁਤੀ ਕੀਤੀ ਹੈ, ਉਸਤਤ ਕੀਤੀ ਹੈ। ਇਹ ਗਿਰਾ ਸਤੋਤਰ ਹੈ, ਇਹ ਗੁਰਬਾਣੀ ਦਾ ਨਾਮ। ਤੇ ਗੁਰੂ ਖਾਲਸਾ ਜੀ ਸ਼੍ਰੀ ਸਰਬਲੋ ਭਗਵਾਨ ਦੀ ਜਿਵੇਂ ਆਕਾਸ਼ਵਾਣੀ ਨੇ ਉਸਤਤ ਕੀਤੀ ਹੈ ਤੇ ਬਿਰਜਨਾਦ ਨੂੰ ਤਰਕਾਰਾਂ ਪਾਈਆਂ ਨੇ, ਇਹ ਤਸਰੀ ਸੰਪੂਰਨ ਹੋਇਆ ਹੈ। ਸੁਭਮ ਜਿਹੜਾ ਇਹਨੂੰ ਪੜ੍ਹੇ ਉਹਦਾ ਭਲਾ ਹੋਵੇ। ਇਹ ਗੁਰੂ ਖਾਲਸਾ ਜੀ ਨਾਲ ਹੀ ਮਹਾਰਾਜ ਕਲਗੀਧਰ ਨੇ ਇਹ ਅਸੀਸ ਵੀ ਦਿੱਤੀ ਹੈ, ਵਰਦਾਨ ਵੀ ਦਿੱਤਾ ਹੈ। ਇਤ ਸ੍ਰੀ ਮੈਨੇ ਇਹ ਫਤਿਹ ਹੋਵੇ ਪ੍ਰਸੰਗ। ਸੋ ਇਹ ਗੁਰੂ ਖਾਲਸਾ ਜੀ ਆਕਾਸ਼ਵਾਣੀ ਦਾ ਸਤੋਤਰ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ,
ਇਤਿਆਦਿਕ ਬਚਨ ਨੇ। ਇਦਾਂ ਹੀ ਇਹ ਸਰਬਲੋਕ ਭਗਵਾਨ ਦੇ ਵਿੱਚ ਵੀ ਆਕਾਸ਼ਵਾਣੀ ਦਾ ਜ਼ਿਕਰ ਹੈ। ਇਹ ਗੁਰੂ ਖਾਲਸਾ ਜੀ ਜੋ ਨਿਜ ਪ੍ਰਭ ਮੋਹ ਸੋ ਕਹਾ ਸੋ ਕਹਿ ਹਉ ਜਗ ਮਾਹੀ, ਉਹਦੇ ਤੁਲ ਹੀ ਇਹ ਜਾਣਨਾ ਹੈ। ਇਹ ਧੁਰ ਕੀ ਬਾਣੀ ਆਈ, ਐਸੀ ਜੋ ਆਕਾਸ਼ਵਾਣੀ ਹੈ, ਧੁਰ ਕੀ ਬਾਣੀ ਦਾ ਅਸਤੋਤਰ ਹੈ। ਧੁਰ ਕੀ ਬਾਣੀ ਨੇ ਵੀ ਸਰਬਲੋਕ ਭਗਵਾਨ ਦੀ ਉਸਤਤ ਕੀਤੀ ਹੈ। ਜਿਹਨੂੰ ਬਾਣੀ ਨੇ ਵੀ ਗੁਰੂ ਖਾਲਸਾ ਜੀ ਜੈ ਜੈਕਾਰ ਕਰਕੇ ਜਿਸ ਦੀ ਉਸਤਤ ਕੀਤੀ ਹੋਵੇ, ਜਿਹਨੂੰ ਵਡਿਆਇਆ ਹੋਵੇ, ਉਹ ਭਗਵਾਨ ਕਿੱਡਾ ਹੋਵੇਗਾ, ਉਹਦੀ ਵਡਿਆਈ ਕਿੱਡੀ ਹੋਵੇਗੀ। ਸੋ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਇਹ ਮਿਹਰ ਕਰੀ ਹੈ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਜੈ ਸ਼ਬਦ ਰੋਨ ਚੁਨ ਨਾਦ ਅਨੁਭਵ, ਹੋਤ ਜੈ ਜੈਕਾਰ ਹੈ। ਜੈ ਸਰਬਲੋ ਜਨਿੰਦਰ ਈਸ਼ਵਰ, ਜੈ ਵਿਸ਼ਵ ਰੂਪ ਮੁਰਾਰੇ। ਤ੍ਰਯੋਦਸ਼ਕ ਇੱਕ ਇਤ ਸ੍ਰੀ ਗਿਰਾ ਸਤੋਤਰ, ਸ੍ਰੀ ਸਰਬਲੋਹ ਸੁਭੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।